ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੀ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਅੰਮ੍ਰਿਤ ਵੇਲੇ ਦੇ ਇਹਨਾਂ ਦੀਵਾਨਾਂ ਅੰਦਰ ਜੁੜ ਬੈਠ ਸੰਗਤੀ ਰੂਪ ਅੰਦਰ ਨਿਤਨੇਮ ਬਾਣੀ ਦਾ ਜਾਪ ਕੀਤਾ ਹੈ। ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ, ਗਾਵਿਆ ਸੁਣਿਆ ਹਿਰਦੇ ਦਾ ਸ਼ਿੰਗਾਰ ਬਣ ਜਾਏ। ਇਸ ਘਰ ਦੇ ਅੰਦਰ ਬਿਤਾਇਆ ਹੋਇਆ ਸਮਾਂ ਸਾਡਾ ਸਫਲਾ ਹੋ ਜਾਏ। ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ 9ਵੇਂ ਸਰੂਪ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤਿਨਾਂ ਦੇ 400 ਸਾਲਾ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਸਮਰਪਿਤ ਜੋ ਸਤਿਗੁਰੂ ਦੀ ਪਾਵਨ ਬਾਣੀ ਵਿੱਚੋਂ ਸਾਹਿਬ ਜੀ ਦੇ ਦਰਸ਼ਨ ਦੀਦਾਰ ਆਪਾਂ ਕਰ ਰਹੇ ਹਾਂ। ਸਤਿਗੁਰੂ ਜੀ ਕੱਲ ਬਖਸ਼ਿਸ਼ ਕਰ ਰਹੇ ਸਨ ਕਿ ਇਹ ਦੁਨੀਆ ਦੇ ਅੰਦਰ ਵਿਚਰਨ ਵਾਲੇ ਲੋਕੋ, ਜਿੱਥੇ ਤੁਸੀਂ ਸੰਤ ਦੇ ਸੰਬੰਧੀ ਪਾਵਨ ਬਾਣੀ ਵਿੱਚੋਂ ਦੀਦਾਰ ਕਰਦੇ ਹੋ ਕਿ ਸੰਤ ਜਿਹੜਾ ਹੈ ਉਹ ਕਿਵੇਂ ਦਾ ਹੋਣਾ ਚਾਹੀਦਾ ਹੈ। ਬਚਨ ਸਾਨੂੰ ਪੜਨ ਨੂੰ ਮਿਲਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਸ ਦੇ ਹਰ ਇੱਕ ਸਵਾਸ ਦੇ ਨਾਲ ਕਰਤੇ ਦੀ ਯਾਦ ਆਉਂਦੀ ਹੋਵੇ ਉਹ ਸੰਤ ਹੈ। ਤੇ ਕੱਲ ਸਾਹਿਬ ਜੀ ਗਿਆਨੀ ਸੰਬੰਧੀ ਬਿਆਨ ਕਰ ਰਹੇ ਸਨ। ਗਿਆਨੀ ਕਿਹੋ ਜਿਹਾ ਹੋਵੇ, ਉਸ ਦਾ ਵੀ ਭਾਵ ਸਾਹਿਬ ਜੀ ਨੇ ਇਹੀ ਲਿਆ। ਕਹਿਣ ਲੱਗੇ, ਨਾ ਕਿਸੇ ਨੂੰ ਡਰਾਉਂਦਾ ਹੋਏ, ਨਾ ਕਿਸੇ ਤੋਂ ਉਹ ਡਰਦਾ ਹੋਏ। ਜਿਹੜੇ ਗੁਣ ਮੂਲ ਮੰਤਰ ਦੇ ਅੰਦਰ ਬਿਆਨ ਕੀਤੇ ਕਿ ਨਾ ਅਕਾਲ ਪੁਰਖ, ਨਿਰਭਉ, ਨਿਰਵੈਰ, ਦੋਨੋਂ ਗੱਲਾਂ ਸਾਹਮਣੇ ਆਈਆਂ। ਨਾ ਉਹ ਕਿਸੇ ਦੇ ਨਾਲ ਵੈਰ ਕਰਦਾ, ਨਾ ਉਹ ਕਿਸੇ ਨੂੰ ਡਰਾਉਂਦਾ। ਇਸੇ ਤਰ੍ਹਾਂ ਦੇ ਗੁਣ ਜਿਹੜੇ ਹਨ ਉਹ ਸੇਵਕ ਦੇ ਬਣ ਜਾਣ। ਜਦੋਂ ਸੁਭਾਅ ਦੇ ਨਾਲ ਸੁਭਾਅ ਮੇਲ ਖਾ ਜਾਏਗਾ ਤੇ ਉਹ ਪ੍ਰਾਣੀ ਜਿਉਂਦੇ ਜੀ ਹੀ ਗਿਆਨਵਾਨ ਬਣ ਕੇ ਕਰਤੇ ਦੇ ਅੰਦਰ ਸਮਾ ਜਾਏਗਾ। ਇਹਨਾਂ ਬਚਨਾਂ ਨੂੰ ਕੱਲ ਆਪਾਂ ਸਰਵਣ ਕਰ ਰਹੇ ਸਾਂ। ਸਾਹਿਬ ਜੀ ਨੇ ਜੋ ਅੱਗੇ ਇਹਨਾਂ ਬਚਨਾਂ ਦੇ ਅੰਦਰ ਬਖਸ਼ਿਸ਼ ਰਹਿਮਤ ਕੀਤੀ, ਵਿਚਾਰ ਆਰੰਭਨ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਪਿਆਰ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਜਿਹੇ ਵਿਖਿਆ ਸਗਲੀ ਤਜੀ,
लियो पेख बैराग, कहो नानक सुन रे मना, ते नर माथे भाग। जे माया ममता तजी, सब ते भयो उदास। कहो नानक सुन रे मना, ते घट ब्रह्म निवास। जेह माया ममता तजी, सब ते पयो उदास। कहो नानक सुन रे मना, ते घट ब्रह्म निवास। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਇਨ੍ਹਾਂ ਪਾਵਨ ਬਚਨਾਂ ਦੇ ਅੰਦਰ ਬਖਸ਼ਿਸ਼ ਰਹਿਮਤ ਕਰ ਰਹੇ ਨੇ ਕਿ ਜਿਸ ਇਨਸਾਨ ਨੇ ਮਾਇਆ ਦੇ ਸਾਰੇ ਹੀ ਰੂਪਾਂ ਨੂੰ ਤਿਆਗ ਦਿੱਤਾ, ਮਾਇਆ ਨਹੀਂ ਤਿਆਗੀ। ਧਿਆਨ ਦੇ ਨਾਲ ਇਹ ਬਚਨ ਸਰਵਣ ਕਰਨੇ, क्योंकि आप जी ने नितनेम बाणी दा जाप कीता है, उस अंदर गुरु अमरदास पातशाह ने बख्शिश कीती। कहन लगे कि ऐ इंसान, जदों करते दे नालों तू टुट जाना है, उस वक्त हर चीज ही माया दा रूप धारण कर जाती है। ए माया जित हर विसरै, मोह उपजै भाव दूजा लाया। उस अंदर साडी संतान हो सकती है, उस अंदर साडा कारोबार हो सकता है, उस अंदर साडा घर बार हो सकता है, उस अंदर समाजिक राजनीतिक कोई उच्चा अहुदा हो सकता है। उत्थे बैठा होया इंसान जे करते नूं भुल जांदा है ते साहब कह लगे हर चीज ही माया दा रूप धारण कर जाएगी। जेह बिखिया सगली तजी, लियो पेख बैराग। जिसने ये सब कुछ मानो त्यागया ते ओ बैरागी बन गया। कहो नानक सुन रे मना, ते नर माथे भाग। सहम कहन लगे हे मेरे मन, इस गल नूं ध्यान दे नाल सुन। फिर ओ इंसान जिहड़ा है ओ वडभागी बन गया। ते नर माथे भाग, नर शब्द हो सकता है बहुवचन होवे, क्योंकि औंकड़ नहीं आया। ते नर माथे भाग। सहम कहन लगे ओ इंसान जिन्हां दे हिरदे अंदर करते दी याद आ जाए, ओ हर समय करते नूं चेते करदे होण। ते नर माथे भाग, उस दे मत्थे दे भाग जाग गए, ओ वडभागी बन गया। हुण जदों सतगुरु दे पावन दर्शन दीदार करदे आ, इत्थे आए हुए हर प्राणी नूं मेरे वर्गे नूं वडभागी कहना पैंदा है कि वडभागी हो। सतगुरु दी हजूरी अंदर गुरु की संगत नसीब हुई, पर सतगुरु अज इस वडभागी दे ही लक्षण बयान कर रहे ने। क्योंकि दुनिया दा सारा सुख मिल जाना, घर बार चंगा मिल जाना, चंगा उच्चा अहुदा मिल जाना, समाज अंदर चंगा नाम हो जाना, ते कई बार आपां उस नूं भी कह देने आ कि बड़ा ए वड्डा वडभागी है, इस दे भाग बड़े चंगे, इस दे कोल हर दुनिया दा सुख है। पर सहम कहन लगे मैं वडभागी उस नूं कहना जिहड़ा काम, क्रोध, लोभ, मोह,
ਹੰਕਾਰ, ਈਰਖਾ, ਦਵੈਸ਼, ਨਿੰਦਿਆ, ਚੁਗਲੀ, ਇਹਨਾਂ ਬੁਰਾਈਆਂ ਦਾ ਤਿਆਗ ਕਰ ਦਿੰਦਾ ਹੈ ਤੇ ਘਰ ਦੇ ਅੰਦਰ ਰਹਿੰਦਾ ਹੋਇਆ ਹੀ ਬੈਰਾਗੀ ਬਣ ਜਾਂਦਾ ਹੈ। ਕਿਉਂਕਿ ਸਤਿਗੁਰੂ ਦਾ ਘਰ-ਬਾਰ ਸਾਡਾ ਛਡਾਉਣਾ ਨਹੀਂ ਚਾਹੁੰਦਾ। ਜੇ ਗੁਰੂ ਸਾਹਿਬ ਆਪ ਗ੍ਰਸਤੀ ਹਨ ਤੇ ਉਹ ਸਾਨੂੰ ਵੀ ਪਰਿਵਾਰ ਦੇ ਅੰਦਰ ਰਹਿ ਕੇ, ਸਮਾਜ ਦੇ ਅੰਦਰ ਰਹਿ ਕੇ ਹੀ ਬੈਰਾਗੀ ਬਣਨ ਦੀ ਜਾਚ ਸਿਖਾਉਣਾ ਚਾਹੁੰਦੇ ਨੇ। ਕਿਉਂਕਿ ਦੁਨੀਆ ਦੇ ਅੰਦਰ ਦੇਖੋ, ਜਦੋਂ ਜਨਮ ਹੋਇਆ ਕੁਝ ਲੋਕ ਐਸੇ ਜਿਨ੍ਹਾਂ ਨੂੰ ਕਰਤੇ ਦਾ ਸਾਰੀ ਉਮਰ ਚੇਤਾ ਹੀ ਕੋਈ ਨਹੀਂ ਆਇਆ। ਉਹ ਆਏ, ਉਹ ਦੁਨੀਆ ਦੇ ਅੰਦਰ ਮੌਜ ਮੇਲਾ ਕਰਦੇ ਨੇ, ਹਰ ਸੁੱਖ ਨੂੰ ਉਹ ਮਾਣਦੇ ਨੇ ਤੇ ਉਸ ਸੁੱਖ ਨੂੰ ਮਾਣਦੇ ਹੋ ਸਕਦਾ ਹੈ ਉਹ ਦੁਨੀਆ ਦੇ ਅੰਦਰ ਚੰਗੀ ਪੜ੍ਹਾਈ ਕਰ ਜਾਣ, ਚੰਗਾ ਰੁਤਬਾ ਪ੍ਰਾਪਤ ਕਰ ਜਾਣ, ਫਿਰ ਉਹ ਨੌਕਰੀ ਲੱਗ ਜਾਣ। ਨੌਕਰੀ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ, ਉਸ ਤੋਂ ਬਾਅਦ ਫਿਰ ਉਹਨਾਂ ਦਾ ਅੰਤ ਹੋ ਜਾਂਦਾ ਹੈ। ਕਿਸੇ ਵਿਦਵਾਨ ਨੇ ਕਿਹਾ, ਕਹਿਣ ਲੱਗੇ, ਕਿਆ कहूं अहबाब, क्या कारे नुमाइंदा कर गए, बीए किया, नौकर हुए, पेंशन मिली, फिर मर गए, जगत दे अंदर आए की करन वास्ते। ये बहुतात पता ही कोई ना लगा। इस नूं साहिब जी ने आशा की वार दे अंदर भी बयान किया। कहन लगे, तीसरी पौड़ी है, कहन लगे, आपी ने भोग भोग के होए भस्मड़ भौर सिधाया, वड्डा हुआ, ਵੱਡਾ ਦਾ ਅਰਥ ਖਤਮ ਹੋ ਗਿਆ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ, ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉ ਦਈ, ਹੁਣ ਸੁਣਿਆ ਕਿਆ ਰਵਾਇਆ। ਬਸ ਉਸ ਸਮੇਂ ਇੱਕੋ ਹੀ ਪਛਤਾਵਾ ਰਹਿ ਜਾਂਦਾ ਹੈ, ਮਨ ਅੰਧੇ ਜਨਮ ਗਵਾਇਆ, ਮਿਲੇ ਕੋਈ ਸਾਰੇ ਸਮੇਂ ਨੂੰ ਬਰਬਾਦ ਕਰ ਦਿੱਤਾ। ਜੇ ਕਰਤੇ ਦੇ ਨਾਲ ਕਿਤੇ ਸਾਂਝ ਬਣ ਜਾਂਦੀ, ਇੱਥੇ ਦੁਨੀਆ ਦੇ ਸੁੱਖਾਂ ਅੰਦਰ ਰਹਿੰਦਿਆਂ ਹੋਇਆਂ ਭਾਵੇਂ ਤੂੰ ਰਾਜਾ ਵੀ ਕਿਉਂ ਬਣ ਜਾਂਦਾ, ਕਿਉਂ ਨਾ ਬਣ ਜਾਂਦਾ, ਤੈਨੂੰ ਮਹਾਰਾਜਾ ਰਣਜੀਤ ਸਿੰਘ ਵਾਂਗ ਬੜਾ ਉੱਚਾ ਸੁੱਚਾ ਮਾਨ ਸਨਮਾਨ ਇਸ ਕੌਮ ਨੇ, ਇਸ ਦੁਨੀਆ ਨੇ ਦੇ ਦੇਣਾ ਸੀ। ਕਿਉਂਕਿ ਸਤਿਗੁਰੂ ਦਾ ਘਰ ਨਹੀਂ ਕਹਿੰਦਾ ਕਿ ਤੂੰ ਉੱਚੇ ਰੁਤਬੇ ਦੇ ਉੱਪਰ ਨਾ ਜਾਏ, ਤੂੰ ਜਿੱਥੇ ਵੀ ਜਾਏ ਹਰ ਥਾਂ ਤੇ ਹਰ ਸਮੇਂ ਕਰਤੇ ਨੂੰ ਚੇਤੇ ਕਰਦਾ ਤੇ ਤੇਰਾ ਸਾਰਾ ਕੁਝ ਸਫਲ ਹੋ ਜਾਣਾ ਸੀ। ਜੇ ਕਰਤਾ ਚੇਤੇ ਨਹੀਂ ਤੇ ਸਾਹਿਬ ਕਹਿਣ ਲੱਗੇ, ਇਹ ਦੁਨੀਆ ਦੇ ਪਦਾਰਥ ਹੀ ਤੇਰੇ ਵਾਸਤੇ ਬਰਬਾਦੀ ਦਾ ਕਾਰਨ ਬਣ ਗਏ। ਸਾਹਿਬ ਕਹਿਣ ਲੱਗੇ, ਇੱਕ ਉਹ ਹੈ ਜਿਸ ਨੂੰ ਕਦੀ ਵੀ ਚੇਤਾ ਨਹੀਂ ਆਇਆ ਤੇ ਇੱਕ ਉਹ ਜਿਸ ਦੇ ਮਨ ਦੇ ਅੰਦਰ ਕੁਝ ਉਛਾਲਾ ਪੈਦਾ ਹੋਇਆ ਹੈ ਕਿ ਐ ਮਨਾ, ਜੇ ਆ ਸਮਾਂ ਮਿਲਿਆ, ਜੇ ਆ ਜਨਮ ਮਿਲਿਆ ਤੇ ਇਸ ਸਮੇਂ ਨੂੰ, ਇਸ ਜਨਮ ਨੂੰ ਸਫਲਿਆਂ ਕੀਤਾ ਜਾਏ। ਇਸ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ, ਕਹਿਣ ਲੱਗੇ, ਜੈਸੇ ਬਿਰਥਾਵੰਤ ਜੰਤ ਪੁੱਛੇ ਬੈਦ ਬੈਦ ਪ੍ਰਤ, ਜਉਲੋ ਨਾ ਮਿਟਤ ਰੋਗ, ਤੌਲੋ ਬਿਲਲਾਤ ਹੈ। ਕਿਸੇ ਦੇ ਤਨ ਨੂੰ ਰੋਗ ਲੱਗ ਜਾਏ, ਜਿੰਨੀ ਦੇਰ ਚੰਗਾ ਵੈਦ, ਚੰਗਾ ਡਾਕਟਰ ਉਸ ਨੂੰ ਨਹੀਂ ਮਿਲ ਜਾਂਦਾ, ਉਹ ਕਦੀ ਵੀ ਧੀਰਜ ਧਾਰ ਕੇ ਨਹੀਂ ਬੈਠਦਾ। ਜਿਹੜਾ ਵੀ ਇਨਸਾਨ ਉਸ ਦਾ ਪਤਾ ਲੈਣ ਜਾਏਗਾ ਉਹ ਇਹੀ ਪੁੱਛੇਗਾ ਕਿ ਆਪ ਜੀ ਦੀ ਦਵਾਈ ਕਿੱਥੋਂ ਚੱਲ ਰਹੀ ਹੈ। ਜੇ ਉਹ ਆਪਣੇ ਵੱਲੋਂ ਕੁਝ ਕਹਿ ਵੀ ਦਿੰਦਾ ਹੈ ਤੇ ਗਿਆ ਹੋਇਆ ਸੱਜਣ ਜ਼ਰੂਰ ਸਲਾਹ ਦੇਗਾ ਕਿ ਫਲਾਣਾ ਡਾਕਟਰ ਬਹੁਤ ਚੰਗਾ ਹੈ, ਉਸ ਦੇ ਕੋਲ ਚੱਲੋ, ਮੈਂ ਆਪ ਜੀ ਦੇ ਨਾਲ ਚੱਲਦਾ। ਜੇ ਉਥੋਂ ਦਵਾਈ ਲਈ ਜਾਏ ਤੇ ਤੁਹਾਡੇ ਤਨ ਨੂੰ ਅਰੋਗਤਾ ਮਿਲ ਸਕਦੀ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਜਿੰਨੀ ਦੇਰ ਉਸ ਇਨਸਾਨ ਨੂੰ ਸਹੀ ਡਾਕਟਰ ਵੈਦ ਹਕੀਮ ਨਹੀਂ ਮਿਲ ਜਾਂਦਾ, ਉਹ ਕਦੀ ਵੀ ਧੀਰਜ ਧਾਰ ਕੇ ਨਹੀਂ ਬੈਠਦਾ। ਜੈਸੇ ਬਿਰਥਾਵੰਤ ਜੰਤ ਪੁੱਛੇ ਬੈਦ ਬੈਦ ਪ੍ਰਤ, ਜੌਲੋ ਨਾ ਮਿਟਤ ਰੋਗ, ਤੌਲੋ ਬਿਲਲਾਤ ਹੈ। ਜਿੰਨੀ ਦੇਰ ਰੋਗ ਮਿਟਦਾ ਨਹੀਂ, ਉਹ ਕਦੀ ਵੀ ਟੇਕੇ ਨਹੀਂ ਬੈਠਦਾ, ਥਾਂ ਥਾਂ ਤੇ ਉਹ ਯਤਨ ਕਰੇਗਾ। ਤੇ ਜਿਹੜੇ ਬਿਰਖਾ ਦੇ ਕੁੱਠੇ ਹੋਣ, ਜਿਨ੍ਹਾਂ ਦੇ ਹਿਰਦੇ ਅੰਦਰ ਇੱਕ ਤੜਫ ਪੈਦਾ ਹੋ ਜਾਏ ਕਿ ਮੈਂ ਮਾਲਕ ਨੂੰ, ਪਰਮੇਸ਼ਰ ਨੂੰ ਮਿਲਣਾ ਹੈ, ਉਹਨਾਂ ਦੀ ਵੀ ਹਾਲਤ ਸਾਹਿਬ ਦੀ ਪਾਵਨ ਬਾਣੀ ਕਹਿੰਦੀ ਹੈ ਕਿ ਕੁਝ ਇਸੇ ਤਰ੍ਹਾਂ ਦੀ ਬਣ ਜਾਂਦੀ ਏ। ਸਤਿਗੁਰੂ ਕਹਿਣ ਲੱਗੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਐ ਪ੍ਰਿਆ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ,
बिन देखे गुर दरबारे जियो। जिन्नी देर तेरे दर्शन दीदार नहीं खुंदे, जिन्नी देर तेरे नाल सांझ नहीं बनदी, उन्नी देर मेरा जीवन जिहड़ा है वो पवित्र कोई नहीं हुंदा। ये बख्शिश रहमत कर दे, मैनू किते ऐसा पूरा गुरु मिला दे। हुण इत्थे आया, इस अस्थान ते पहुंचिया होया जदों किते कच्चा पिल्ला कोई गुरु मिल गया, वो फिर हुण गलत रस्ते ते पा देगा, क्योंकि अंदर तड़फते है कि मालक नू मिलना है। भाई वीर सिंह दे बोल पिछले दिन सांझे कीते सन, कहन लगे सीने खिच जिन्हां ने खाधी वो कर आराम नहीं बहिंदे, वो नहीं टिकदे जिन्नी देर मिलाप नहीं हो जाता। सीने खिच जिन्हां ने खाधी वो कर आराम नहीं बहिंदे, न्यो वाले नैणा दी नींदर वो दिने रात पे बहिंदे, इक्को लगन लगी ली जांदी है। टोर अनंत उन्हां दी वसलों उरे मुकाम ना कोई, सो चाल पे नितरेंदे वो दिन रात यतन करदे ने कि ऐसा पूरा गुरु मिल जाए जिहड़ा आप भी पूरा होवे, आप भी उस दी सांझ बनी होए ते ओ मैनू भी जोड़ दे। जिक्र कर रहा कि इत्थे आके जे किते अधूरा गुरु मिल गया वो बस अपने वर्गा ही कर देगा। ताई ते शायद भगत कबीर साहब कह लगे मैनू कच्चा पिल्ला गुरु नहीं चाहिदा। कबीर काची सरसों पेड़ के ना खल भई ना तेल, जिवें सरों कच्ची होवे। पिंडां थावां ते रहन वाले आपां जाण देखा, जे सरों कच्ची होए सरों दा तेल आपां इत्थे वरतदे हां घरां अंदर, जे किते सरों कच्ची होए उस विचों साहब भगत कबीर जी कहन लगे कदी भी तेल नहीं निकलेगा। जदों सरों पक जाती है उसे दे विचों ही तेल निकलेगा। अधूरे गुरु तो भी कुछ नहीं मिलना, पूरा गुरु जे उस दे कोल आ जावांगे वो साडे जीवन नू पवित्र करके रख दिंदा है। सतगुरु दी पावन बाणी कह लगे जे अधूरा मिल गया जो कुछ उस दे आप कोई तेनू दे सकदा है, इस तो वध अगे कुछ नहीं वो दे सकदा। साहिब जिसका नंगा भुखा होवे तिसदा नफर, नफर दा अर्थ है अगे सेवक कह लीए, चेला कह लीए, नौकर कह लीए। जे मालक दे कोल आप ही कुछ नहीं ते अपने नौकर नू अगे वो की दे सकदा है। साहिब जिसका नंगा भुखा होवे तिसदा नफर किथों रज खाए, जे साहिब कह कर वत होवे सो नफरे हथ आवे, अणहोंदी किथों पाए। जिस दी सेवा कीती लेखा मंगीए सा सेवा औखी होई, नानक सेवा करो हर गुर सफल दर्शन की, फिर लेखा मंगे ना कोई। सैम कहन लगे जदों पूरे नाल सांझ बन जाए ते ओ जीव जिउंदे जी परिवार अंदर समाज अंदर रहिंदा ही बैरागी बन जांदा है। जे अधूरा मिलिया ते फिर उसने कह देना घर बार दा त्याग कर दिता जाए। अपने तन दे उपर गेरुए वस्त्र, ए रंग दे वस्त्र जेड़े हन जां घरां बारां तो जेड़े जोगी लोग सड़कां ते जां पहाड़ां ते तुरे फिरदे ने उन्हां दे तन दा लिबास आपां देखदे ही हां। अधूरे गुरु ने फिर उस पासे वल तोर दिता, क्योंकि जिन्नी क आप समझ उन्नी क उस बिरखा दे कुठे नूं सलाह दे दित्ती कि आया है ते मैं तेनू दसना चाहुंदा कि मिलाप इस तरह हो सकदा है। घर बार दा त्याग कर दे, अपने तन दे उपर कुछ इस तरह दे वस्त्र धारण कर ले, दूर परिवार तो चला जा। जदों उत्थे बैठ के परमात्मा नू चेते करेगा ते तू पार लग जाएगा। हुण सतगुरु दी पावन बाणी कहंदी है घर बार भी त्याग दिता, परिवार नू समाज नू भी त्याग दिता, उत्थे चले गए सब कुछ त्याग दिता। सिख साखा बहुते किए केसो कियो ना मीत, पर कह लगे चाले थे घर मिलन को बीचे अटके उचीत। गल पहाड़ां ते भी जाके कोई ना बनी, गल एक डेरा एक संस्था बना के भी कोई ना बनी। परिवार दे 2-4 मैंबर 2-4 बच्चे छड्डे, परिवार विचों एक इस्त्री छड्डी, माता पिता छड्डिया ते जिथे जाके मैं डेरा बना के बैठ गया हुण उत्थे इस्त्रियां भी आ रही ने, उत्थे बच्चे भी आ रहे ने, उत्थे वड्डे भी आ रहे ने। फिर त्याग कादा होया? साहब कहन लगे तू कहना समय सब कुछ त्याग दिता, मैं पहाड़ां ते चढ़ गया, मैं इकल्ला रह के बंदगी करांगा, क्योंकि तैनू तेरे गुरु ने इस तरह दा ही उपदेश दिता। तां ही भगत कबीर जी कहन लगे कबीर
बामन गुरु है जगत का, भगतन का गुर नाहे, अर्ज उर्ज कै पच मुआ, चारों वेदों माहे। जिवें दा ओ गुरु उस तरह दा उसने सलाह उपदेश दे के पहाड़ां ते चढ़ा दिता जां कोई डेरा पवा दिता। सतगुरु ते पावन बाणी अंदर जिक्र करदे ने, कहन लगे अपना आपा मिटाउणा सी। कबीर ना मोए छान ना छापरी, ना मोए घर नहीं गांव, सब कुछ आपा मिटा देंदा। पूरा थाट बनाया पूरा, वेखो एक समाना, इस परपंच में साचे नाम की वडियाई। मत को धरो गुमाना, सतगुर की जिसनु मत आवे, सो सतगुर माहे समाना। ये नहीं कहा कि वह वखरा डेरा बना ले, वह वखरी होंद अपनी कायम कर ले, वह सतगुरु दा शरीक बन के बैठ जाए। सहम कह लगी नहीं, ये गल्लां नहीं। जे समझ किते पै जांदी, ਉਹ ਪੈਣੀ ਸੀ ਪੂਰੇ ਗੁਰੂ ਤੋਂ। ਤੇ ਜਿਹੜੇ ਪੂਰੇ ਗੁਰੂ ਦੀ ਸ਼ਰਨ ਅੰਦਰ ਆਏ, ਫਿਰ ਪੂਰੇ ਗੁਰੂ ਨੇ ਦੇਖੋ ਕੈਸੇ ਕਮਾਲ ਦੇ ਉਪਦੇਸ਼ ਦਿੱਤੇ ਨੇ। ਸਹਿਬ ਕਹਿਣ ਲੱਗੇ ਘਰ ਦੇ ਅੰਦਰ ਹੀ ਬੈਰਾਗ ਪੈਦਾ ਹੋ ਸਕਦਾ ਸੀ। ਹਾਂ, ਜੇ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਆ ਤੇ ਉਹਨਾਂ ਨੇ ਜ਼ਿਕਰ ਕੀਤਾ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਕੁਝ ਬੈਰਾਗੀਆਂ ਵਾਲਾ ਭੇਸ ਬਣਾਉਣਾ ਪਿਆ। ਕਿਉਂ? क्योंकि मनुखता जिहड़ी है वो इन्नी जल्दी गल सुनदी नहीं। जिवें दे उन्हां दे अपने कपड़े होणगे, ओहो जिहा ही बन के उन्हां कोल जाएगा ते ओ समझणगे साडा अपना ही है। वो दिता होया उपदेश जिहड़ा है बड़ी जल्दी ग्रहण कर लैणगे। इसे करके भाई गुरदास जी कह लगे, गुरु नानक साहिब जदों जगत नूं सोधण वास्ते तुरदे ने ते जिवें दे उन्हां लोकां दे बाणे जिहड़े आगू बन के धर्म दे बैठ गए, उस तरह दा ही बाणा सतगुरु नूं धारण करना पिया ताकि उन्हां नूं गल जिहड़ी है बड़ी जल्दी समझाई जा सके। ये वखरी गल के अज भी बहुतात सानू समझनी पई। जे मेरे वर्गा कोई ज्ञानी गुरु घर अंदर सेवा करन वाला पैंट कमीज किते पा लए ते बहुतात लोग जिहड़े हन वो कुछ होर नजरां दे अंदर ही देखण लग जाणगे। पर सतगुरु दा घर किते नहीं कहंदा तेरे तन दे उपर पैंट कमीज होए, तेरे तन दे उपर कोट पैंट होवे, वधिया तो वधिया वस्त्र होवे। क्योंकि मैं गुरु नानक साहब दी गल करन लगा, जदों 6वां जामा आउंदा है, 6वां जामा गुरु हरगोबिंद साहब आगरे दी धरती ते आउंदे ने ते उस वक्त जहांगीर बादशाह नाल है। एक पासे गुरु हरगोबिंद पातशाह ने तंबू लगाया होया है, एक पासे जहांगीर बादशाह दा तंबू है ते आया होया घाई सिख। मैं बहुता लंबा जिक्र नहीं करना, आया होया घाई सिख पछाण नहीं सकदा कि गुरु हरगोबिंद पातशाह किहड़े ने। इहदा मतलब जिवें दी पोशाक समय दा बादशाह पा के बैठा होया है, उस तरह दी पोशाक गुरु हरगोबिंद पातशाह ने अपने तन दे ऊपर सजाई हुई है। जे बादशाह ने दस्तार सजाई, गुरु हरगोबिंद पातशाह ने दस्तार सजाई। जे बादशाह ने कलगी लाई, गुरु हरगोबिंद पातशाह ने कलगी लाई। जे बादशाह घोड़े ऊपर सवार, गुरु हरगोबिंद पातशाह घोड़े ऊपर सवार। जे बादशाह कोल हथियार है, फौजा हन, ते ये सारा कुछ गुरु हरगोबिंद पातशाह दे भी कोल है। कहन लगे सब कुछ तेरे कोल होवे, अमीरां वाला ठाट बाट होवे, तां ही शायद इस घर दे ओ दो ढाडियां ने ये गल कर दित्ती। कहन लगे दो तलवारी बधियां, एक मीरी दी एक पीरी दी, एक अजमत दी एक राज दी, एक राखी करे वजीरी दी, हिम्मत बाहा कोटगढ़ दरवाजा बलक बखीर दी। अगे जाके उन्होंने जिहड़ी गल कीती, कह लगे पग तेरी के जहांगीर दी। हे गुरु हरगोबिंद पातशाह उस बादशाह दी तेरे सामने पग, उस तरह दा सारा रहन सहन तेरे सामने फिक्का पै जांदा है। क्योंकि तेरा ठाठ बाट तेरा रहन सहन बड़ा वड्डा अमीरां वाला है। मैं गल गुरु नानक साहब दी करन लगा सा कि जदों किसी नूं समझाण जाना है, उपदेश देण जाना है, अजे पहला जामा है, मनुखता नूं पूर्ण तौर ते पता नहीं कि गुरु नानक साहब ने की सुनेहा देना है। उस वक्त भाई गुरदास जी कह लगे उन्हां साधुआं वाला बाणा धारण करना पै गया। पहला बाबे पाया बख्शदर, पिछों दे फिर घाल कमाई, रेत अक आहार का रोड़ा दी गुर करी विछाई। अगे जाके बचन आना बाबे भेख बनाया
ਭੇਖ ਬਣਾਇਆ, ਉਹਨਾਂ ਵਰਗਾ ਚੋਲਾ ਪਾਇਆ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ, ਉਹਨਾਂ ਵਰਗਾ ਬਾਣਾ ਧਾਰਨ ਕਰਨਾ ਪੈ ਗਿਆ। ਤੇ ਜਦੋਂ ਸਤਿਗੁਰੂ ਜੀ ਦਾ ਇਹ ਉਦਾਸੀਆਂ ਦਾ ਟੂਰ ਪੂਰਾ ਹੋ ਗਿਆ, ਹੁਣ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ। ਖੈਰ ਜੇ ਇਸ ਤੋਂ ਪਹਿਲਾਂ ਵੀ ਜ਼ਿਕਰ ਕਰੀਏ, ਸਮਾਂ ਜੇ ਇਹਨਾਂ ਗੱਲਾਂ ਨੂੰ ਕਰੀਏ ਤੇ ਸਮਾਂ ਹੋਰ ਪਾਸੇ ਨਿਕਲ ਜਾਂਦਾ ਹੈ। ਜੇ ਮੱਕੇ ਗਏ ਤੇ ਮੱਕੇ ਉਹਨਾਂ ਦਾ ਬਾਣਾ ਹੋਰ ਹੈ, ਜੇ ਹਿੰਦੂਆਂ ਦੇ ਤੀਰਥਾਂ ਤੇ ਗਏ ਉਦੋਂ ਬਾਣਾ ਉਹਨਾਂ ਦਾ ਹੋਰ ਹੈ। ਮੱਕੇ ਗਏ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਫਿਰ ਬਾਬਾ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ, ਉੱਥੇ ਨੀਲੇ ਵਸਤਰ ਪਾਉਣੇ ਪੈ ਗਏ। ਉਹਨਾਂ ਵਰਗਾ ਬਣਨਾ ਬਾਹਰੋਂ ਪੈ ਗਿਆ, ਅੰਦਰੋਂ ਨਹੀਂ ਸਾਹਿਬ ਸਹਿਮਤ ਹੁੰਦੇ। ਬਾਹਰੋਂ ਉਹਨਾਂ ਵਰਗਾ ਬਣਨਾ ਪਿਆ ਕਿ ਉਪਦੇਸ਼ ਜਿਹੜਾ ਬੜੀ ਜਲਦੀ ਸਮਝ ਲੈਣ। ਜੇ ਉਸ ਵਕਤ ਹੀ ਕਿਤੇ ਬਾਦਸ਼ਾਹ ਵਾਲਾ ਬਾਣਾ ਪਾ ਕੇ ਸਤਿਗੁਰੂ ਨਿਕਲ ਜਾਂਦੇ ਤੇ ਸ਼ਾਇਦ ਕੋਈ ਗੱਲ ਸੁਣਨ ਵਾਸਤੇ ਤਿਆਰ ਨਾ ਹੁੰਦਾ। ਜਿਸ ਵਕਤ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ ਨੇ, ਜੀਵਨ ਦੇ 18 ਸਾਲ ਸਰੀਰਕ ਤੌਰ ਤੇ ਇੱਥੇ ਬਤੀਤ ਕੀਤੇ ਨੇ। ਤੇ ਇੱਥੇ ਭਾਈ ਗੁਰਦਾਸ ਜੀ ਨੇ ਜਿਹੜਾ ਬਚਨ ਕੀਤਾ ਉਹ ਧਿਆਨ ਦੇ ਨਾਲ ਸਰਵਣ ਕਰਨ ਵਾਲਾ ਹੈ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਹੁਣ ਖੇਤੀ ਕਰ ਰਹੇ ਨੇ, ਇੱਥੇ ਆਈ ਕੋਈ ਸੰਗਤ ਦੇ ਨਾਲ ਉਪਦੇਸ਼ ਸਾਂਝਾ ਕਰ ਰਹੇ ਨੇ ਤੇ ਉਸੇ ਵਕਤ ਚੋਲਾ ਪਾ ਕੇ ਬੈਠ ਜਾਂਦੇ ਨੇ। ਜਿਹੜੇ ਚੋਲੇ ਉਹ ਬਾਹਰ ਉਦਾਸੀਆਂ ਤੇ ਧਾਰਨ ਕਰਦੇ ਰਹੇ, ਨਹੀਂ ਕਹਿਣ ਲੱਗੇ ਹੁਣ ਇੱਥੇ ਸਭ ਕੁਝ ਉਤਾਰ ਦਿੱਤਾ ਹੈ। ਇੱਥੇ ਸੰਸਾਰੀਆਂ ਵਾਲਾ ਬਾਣਾ ਜਿਹੜਾ ਵੀ ਉਸ ਵਕਤ ਦਾ ਕੋਈ ਰਿਵਾਜ ਹੋਵੇਗਾ, ਜਿਵੇਂ ਦਾ ਮਨੁੱਖਤਾ ਬਾਣਾ ਤਨ ਉੱਪਰ ਧਾਰਨ ਕਰਦੀ ਏ, ਉਸੇ ਤਰ੍ਹਾਂ ਦਾ ਬਾਣਾ ਗੁਰੂ ਨਾਨਕ ਸਾਹਿਬ ਜੀ ਨੇ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਬਾਬਾ ਆਇਆ ਕਰਤਾਰਪੁਰ। ਫਿਰ ਅਗਲਾ ਬਚਨ ਧਿਆਨ ਦੇ ਨਾਲ ਹੁਣ ਸੁਣਿਓ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਪਹਿਲਾਂ ਕਿਹਾ ਸੀ ਸਾਰਾ ਕੁਝ ਧਾਰਨ ਕਰ ਲਿਆ ਤੇ ਹੁਣ ਕਹਿਣ ਲੱਗੇ ਉਤਾਰ ਦਿੱਤਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਪੈਰ ਸੰਸਾਰੀ ਕੱਪੜੇ ਜਿਵੇਂ ਅਸੀਂ ਲੋਕ ਪਾ ਰਹੇ ਆ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਇਹ ਨਹੀਂ ਕਿਹਾ ਕਿ ਗੱਦੀ ਲਾ ਕੇ ਗੁਰੂ ਨਾਨਕ ਸਾਹਿਬ ਹੁਣ ਆਇਆ ਹੋਇਆਂ ਦੇ ਨਾਲ ਉਪਦੇਸ਼ ਸਾਂਝਾ ਕਰ ਰਹੇ ਨੇ। ਜੇ ਖੇਤਾਂ ਅੰਦਰ ਖੜੇ ਨੇ ਤੇ ਖੇਤਾਂ ਵਿੱਚ ਹੀ ਉਪਦੇਸ਼ ਦੇਈ ਜਾ ਰਹੇ ਨੇ, ਜੇ ਘਰ ਅੰਦਰ ਮੰਜੇ ਉੱਪਰ ਬੈਠੇ ਹੋਏ ਨੇ ਤੇ ਮੰਜੇ ਉੱਪਰ ਹੀ ਉਪਦੇਸ਼ ਦੇਈ ਜਾਂਦੇ ਨੇ। ਕਹਿ ਲੱਗੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਵਿਚਰਦੇ ਨੇ ਉਹ ਆਮ ਸੰਸਾਰੀਆਂ ਵਾਲਾ ਬਾਣਾ ਪਾ ਕੇ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕਰੀ ਜਾਂਦੇ ਨੇ, ਕਿਉਂਕਿ ਇੱਥੇ ਹਰ ਤਰ੍ਹਾਂ ਦੇ ਲੋਕ ਆ ਰਹੇ ਨੇ। ਪਹਿਲਾਂ ਉਦਾਸੀਆਂ ਤੇ ਗਏ, ਉਸ ਵਕਤ ਸਾਧੂਆਂ ਨਾਲ ਗੱਲਬਾਤ ਕਰਨੀ ਸੀ, ਧਰਮ ਦੇ ਆਗੂਆਂ ਨਾਲ ਗੱਲਬਾਤ ਕਰਨੀ ਸੀ, ਉਹਨਾਂ ਨੂੰ ਸਮਝਾਉਣਾ ਸੀ ਤੇ ਸਤਿਗੁਰੂ ਉਸ ਤਰ੍ਹਾਂ ਦਾ ਬਾਣਾ ਧਾਰਨ ਕਰ ਲਿਆ। ਕਹਿਣ ਤੋਂ ਭਾਵ ਸਤਿਗੁਰੂ ਕਹਿਣ ਲੱਗੇ ਤੇਰੇ ਤਨ ਉੱਪਰ ਵਧੀਆ ਤੋਂ ਵਧੀਆ ਬਾਣਾ ਹੋਵੇ, ਤੇਰਾ ਪਰਿਵਾਰ ਸੋਹਣਾ ਹੋਵੇ, ਤੇਰਾ ਘਰ-ਬਾਰ ਸੋਹਣਾ ਹੋਵੇ। ਸਤਿਗੁਰੂ ਕਹਿੰਦੇ ਮੈਂ ਕਿਸੇ ਵੀ ਚੀਜ਼ ਤੋਂ ਤੈਨੂੰ ਦੂਰ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਪਿਛਲੇ ਦਿਨੀ ਵੀ ਵਿਚਾਰੇ ਸਨ ਕਿ ਕਿਰਤ ਕਰੋ, ਤੇ ਜਿਹੜੇ ਸਾਰਾ ਕੁਝ ਛੱਡ ਕੇ ਚਲੇ ਗਏ ਉਹ ਫਿਰ ਕਿਰਤ ਕਿੱਥੋਂ ਕਰਨਗੇ? ਕੀ ਉਹ ਜਾ ਕੇ ਪਹਾੜਾਂ ਦੇ ਉੱਪਰ ਕੋਈ ਆਪਣਾ ਕਾਰੋਬਾਰ ਆਰੰਭ ਕਰਨਗੇ? ਕਿਹੜਾ ਕਸਟਮਰ ਉੱਥੇ ਜਾਏਗਾ? ਕਾਰੋਬਾਰ ਜਦੋਂ ਵੀ ਕਰਨਾ ਸਮਾਜ ਅੰਦਰ ਰਹਿ ਕੇ ਹੀ ਕਰਨਾ ਪਏਗਾ। ਤਾਂ ਹੀ ਸਾਹਿਬ ਕਹਿਣ ਲੱਗੇ ਕਿਰਤ ਕਰੋ, ਵੇਲੇ ਨਹੀਂ ਰਹਿਣਾ, ਘਰ-ਬਾਰ ਨੂੰ ਨਹੀਂ ਤਿਆਗਣਾ, ਸਾਰਾ ਦਿਨ ਚੌਂਕੜਾ ਮਾਰ ਕੇ ਨਹੀਂ ਬੈਠੇ ਰਹਿਣਾ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀਆਂ ਗੱਲਾਂ ਸਾਹਿਬ ਨੇ ਬਾਅਦ ਅੰਦਰ ਜਾ ਕੇ ਕੀਤੀਆਂ। ਕਹਿਣ ਲੱਗੇ ਪਹਿਲਾਂ ਕਿਰਤ ਕਰੋ, ਘਰ ਪਰਿਵਾਰ ਦੇ ਅੰਦਰ ਵਿਚਰੋ, ਇਹੀ ਅਸਲ ਦੇ ਅੰਦਰ ਬੈਰਾਗ ਹੈ। ਬਸ ਮਾਇਆ ਤੋਂ ਉੱਚੇ ਰਹਿਣ ਦੀ ਜਾਂਚ ਆ ਜਾਏ ਤਾਂ ਜੀਵਨ ਤਬਦੀਲ ਹੋਣਾ ਹੈ। ਜੇ ਅਧੂਰਾ ਗੁਰੂ ਮਿਲ ਗਿਆ ਤੇ ਉਹ ਹੋਰ ਪਾਸੇ ਲੈ ਜਾਏਗਾ, ਜੇ ਪੂਰਾ ਗੁਰੂ ਮਿਲੇਗਾ ਤੇ ਪੂਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਰੂਪ ਅੰਦਰ ਵੀ ਇਹ ਗੱਲ ਕਹਿ ਦੇਗਾ ਕਿ ਰੇ ਮਨ ਐਸੋ ਕਰ ਸੁਣਿਆਸਾ ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਏ ਉਦਾਸਾ। ਬਸ ਮਨ ਅੰਦਰ ਹੀ ਉਦਾਸ ਹੋ ਜਾ, ਘਰ-ਬਾਰ ਨਾ ਤਿਆਗ, ਘਰ ਦੇ ਅੰਦਰ ਹੀ ਸਭ ਕੁਝ ਮਿਲ ਜਾਏਗਾ। ਜੇ ਘਰ-ਬਾਰ ਤਿਆਗ ਦਿੱਤਾ ਤੇ ਗੱਲ ਕੋਈ ਨਹੀਂ ਬਣਨੀ। ਗ੍ਰਹਿ ਤਜ ਬਨ ਖੰਡ ਜਾਈਐ, ਚੁਣ ਕਾਈਐ ਕੰਦਾ, ਅਜੋਂ ਬੇਕਾਰ ਨਾ ਛੋੜਈ, ਪਾਪੀ ਮਨ ਮੰਦਾ, ਕਿਉਂ ਛੂਟੋ ਕੈਸੇ ਤਰੋ,
ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੁਮਾਰੀ। ਤੇਰੀ ਸ਼ਰਨ ਦੇ ਅੰਦਰ ਆਏ ਹਾਂ, ਇਹ ਸਾਨੂੰ ਉਪਦੇਸ਼ ਦੇ ਦੇ ਕਿ ਕਿਵੇਂ ਜਗਤ ਦੇ ਅੰਦਰ ਜੀਣਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਮੈਂ ਤੇ ਬੜਾ ਸੌਖਾ ਰਸਤਾ ਦੱਸ ਰਿਹਾ ਕਿ ਜੇ ਵਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ, ਤੇ ਨਰ ਮਾਥੈ ਭਾਗ। ਸਾਹਿਬ ਕਹਿਣ ਲੱਗੇ, ਘਰ ਦੇ ਅੰਦਰ ਹੀ ਬੈਰਾਗੀ ਹੋ ਜਾ, ਘਰ ਦੇ ਅੰਦਰ ਹੀ ਪਰਮਾਤਮਾ ਨੂੰ ਪਾਉਣ ਦਾ ਯਤਨ ਕਰ। ਤੇਰੇ ਜੀਵਨ ਦੇ ਅੰਦਰ ਬੜੇ ਆਉਣਗੇ, ਕੋਈ ਕਿਸੇ ਪਾਸੇ ਲੈ ਕੇ ਜਾਣ ਦਾ ਯਤਨ ਕਰੇਗਾ, ਕੋਈ ਕਿਸੇ ਪਾਸੇ। ਕੋਈ ਕਹੇਗਾ ਰੱਬ ਨੇੜੇ ਹੈ, ਕੋਈ ਕਹੇਗਾ ਰੱਬ ਦੂਰ ਹੈ। ਭਗਤ ਨਾਮਦੇਵ ਜੀ ਨੇ ਐਸਾ ਜ਼ਿਕਰ ਕੀਤਾ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਪਰ ਕਹਿਣ ਲੱਗੇ ਇਹ ਤਾਂ ਇਸ ਤਰ੍ਹਾਂ ਹੋਏਗਾ, ਜਲ ਕੀ ਮਾਛਲੀ ਚਰੇ ਖਜੂਰ। ਕੋਈ ਇਹ ਆ ਕੇ ਕਹਿ ਦੇ ਕਿ ਮੈਂ ਜਲ ਦੇ ਅੰਦਰ, ਪਾਣੀ ਅੰਦਰ ਰਹਿਣ ਵਾਲੀ ਮਛਲੀ ਜਿਹੜੀ ਹੈ ਉਹ ਖਜੂਰ ਦੇ ਉੱਪਰ। ਦੇਖੋ ਛੋਟੇ ਮੋਟੇ ਕਿਸੇ ਬੂਟੇ ਦਾ ਜ਼ਿਕਰ ਨਹੀਂ ਕੀਤਾ, ਖਜੂਰ ਦਾ ਬੂਟਾ ਸਭ ਤੋਂ ਉੱਚਾ। ਕਹਿਣ ਲੱਗੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ, ਇਸ ਤਰ੍ਹਾਂ ਐਡਾ ਵੱਡਾ ਇਹ ਝੂਠ ਲੱਗ ਰਿਹਾ ਹੈ ਕਿ ਪਾਣੀ ਦੇ ਅੰਦਰ ਰਹਿਣ ਵਾਲੀ ਮਛਲੀ ਜਿਹੜੀ ਹੈ ਉਹ ਮੈਂ ਖਜੂਰ ਦੇ ਉੱਪਰ ਬੈਠੀ ਕੋਈ ਦੇਖੀ। ਜਿਹੜੇ ਕਹਿੰਦੇ ਨੇ ਰੱਬ ਨੇੜੇ ਰੱਬ ਦੂਰ, ਸਾਹਿਬ ਕਹਿਣ ਲੱਗੇ ਉਹ ਝੂਠ ਬੋਲਦੇ ਨੇ, ਕਿਉਂਕਿ ਰੱਬ ਨਾ ਨੇੜੇ ਨਾ ਦੂਰ, ਰੱਬ ਤਾਂ ਤੇਰੇ ਅੰਦਰ ਬੈਠਾ ਹੋਇਆ ਹੈ। ਉਸ ਨੂੰ ਪਛਾਣਨ ਦਾ ਯਤਨ ਕਰ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੇ ਖਜੂਰ। ਕਾਏ ਰੇ ਬਕ ਬਾਦ ਲਾਇਓ, ਜਿਨ ਘਰ ਪਾਇਓ ਤਿਨੇ ਛੁਪਾਇਓ। ਜਿਸਨੇ ਰੱਬ ਨੂੰ ਪਾ ਲਿਆ ਉਹ ਤੇ ਛੁਪਾ ਜਾਂਦਾ ਹੈ, ਉਹ ਤੇ ਕਿਸੇ ਨੂੰ ਦੱਸਦਾ ਹੀ ਕੋਈ ਨਹੀਂ ਕਿ ਮੈਂ ਬੈਰਾਗੀ। ਜਿਹੜੇ ਬੈਰਾਗੀ ਬਣਨ ਦਾ ਇਸ ਤਰ੍ਹਾਂ ਦਾ ਯਤਨ ਕਰਦੇ ਨੇ, ਵੱਖਰੇ ਵਸਤਰ ਧਾਰਨ ਕਰ ਲੈਂਦੇ ਨੇ, ਉਹ ਦੁਨੀਆ ਅੰਦਰ ਪ੍ਰਗਟ ਹੋਣਾ ਚਾਹੁੰਦੇ ਨੇ ਕਿ ਦੁਨੀਆ ਦੇ ਲੋਕੋ ਅਸੀਂ ਬੈਰਾਗੀ ਬਣ ਗਏ, ਸਾਡੀ ਰੱਬ ਦੇ ਨਾਲ ਸਾਂਝ ਬਣ ਗਈ। ਉਹ ਵਿਖਾਵਾ ਕਰਦੇ ਨੇ, ਪਰ ਸਤਿਗੁਰੂ ਦਾ ਘਰ ਕਹਿੰਦਾ ਜਿਨ ਘਰ ਪਾਇਓ ਤਿਨੇ ਛੁਪਾਇਓ। ਜਿਸਨੇ ਰੱਬ ਨੂੰ ਪਾ ਲਿਆ ਉਹ ਪ੍ਰਗਟ ਨਹੀਂ ਕਰਦਾ ਫਿਰਦਾ, ਉਹ ਕਿਸੇ ਨੂੰ ਨਹੀਂ ਦੱਸਦਾ। ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥੀਆ। ਹਾਂ ਭਾਵੇਂ ਉਸ ਦੇ ਚਿਹਰੇ ਦਾ ਨੂਰ ਦੱਸ ਦਿੰਦਾ ਹੈ ਕਿ ਇਹ ਕੋਈ ਸੰਤ ਭਗਤ ਹੈ, ਇਹ ਕੋਈ ਰੱਬ ਦਾ ਪਿਆਰਾ ਹੈ। ਕਿਉਂਕਿ ਜਦੋਂ ਉਸ ਦੀਆਂ ਗੱਲਾਂ ਬਾਤਾਂ ਸੁਣੀਆਂ ਜਾਂਦੀਆਂ ਨੇ, ਉਹਨਾਂ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਹਿਰਦੇ ਅੰਦਰ ਮਾਲਕ ਦਾ ਕਿਣਕਾ ਮਾਤਰ ਵਸ ਚੁੱਕਿਆ ਹੈ। 2 ਮਿੰਟ ਦੇ ਅੰਦਰ ਅੰਦਰ ਬੰਦਾ ਪਰਖਿਆ ਜਾ ਸਕਦਾ ਹੈ ਕਿ ਇਹ ਕਿੱਥੇ ਖੜਾ ਹੋਇਆ ਹੈ। ਤਾਂ ਹੀ ਤੇ ਸ਼ਾਇਦ ਵਿਦਵਾਨਾਂ ਨੇ ਇਹ ਗੱਲ ਕਹੀ, ਕਹਿ ਲੱਗੇ ਦਸਤਾਰ, ਰਫਤਾਰ ਤੇ ਗੁਫਤਾਰ, 3 ਚੀਜ਼ਾਂ ਜਾਂ ਅੱਜ ਇੱਕ ਚੌਥਾ ਕਿਰਦਾਰ ਲੈ ਲਈਏ। ਆ 3-4 ਚੀਜ਼ਾਂ ਜਿਹੜੀਆਂ ਨੇ ਬੜੀ ਜਲਦੀ ਇਨਸਾਨ ਦੇ ਕੋਲ ਖੜੇ ਹੋ ਕੇ ਉਸ ਨੂੰ ਪਰਖ ਲੈਂਦੀਆਂ ਨੇ ਕਿ ਇਹ ਇਨਸਾਨ ਕਿੱਥੇ ਖੜਾ ਹੋਇਆ ਹੈ। ਸਹਿਮ ਕਹਿਣ ਲੱਗੇ ਕੁਝ ਨਾ ਤਿਆਗ, ਘਰ ਬਾਹਰ ਦੇ ਅੰਦਰ ਰਹਿ, ਘਰ ਦੇ ਅੰਦਰ ਹੀ ਮਾਲਕ ਦੇ ਨਾਲ ਸਾਂਝ ਬਣ ਜਾਏਗੀ। ਜੇ ਵਿਖਿਆ ਸਗਲੀ ਤਜੀ, ਮਾਇਆ ਨੂੰ ਨਹੀਂ ਤਿਆਗਣਾ, ਮਾਇਆ ਦੇ ਜ਼ਹਿਰ ਨੂੰ ਤਿਆਗਣਾ ਹੈ। ਲਿਓ ਭੇਖ ਬੈਰਾਗ, ਘਰ ਦੇ ਅੰਦਰ ਹੀ ਬੈਰਾਗੀ ਬਣ ਜਾ। ਕਹੋ ਨਾਨਕ ਸੁਨ ਰੇ ਮਨਾ, ਤੇ ਨਰ ਮਾਥੈ ਭਾਗ। ਉਹ ਅਸਲ ਦੇ ਅੰਦਰ ਵਡਭਾਗੀ ਹੈ। ਦੁਨੀਆ ਦੇ ਸੁੱਖ ਪ੍ਰਾਪਤ ਕਰਨ ਵਾਲਾ ਕੱਲਾ ਵਡਭਾਗੀ ਨਹੀਂ, ਵੱਖਰੀ ਗੱਲ ਇਹ ਉਸ ਦੇ ਕਰਮਾਂ ਮੁਤਾਬਕ ਉਸ ਨੂੰ ਦਾਤਾਂ ਮਿਲ ਗਈਆਂ। ਪਰ ਸਾਹਿਬ ਕਹਿੰਦੇ ਜਿਸ ਦਿਨ ਕਰਤਾ ਹਿਰਦੇ ਅੰਦਰ ਵਸੇਗਾ, ਵਡਭਾਗੀ ਉਹ ਤਾਂ ਹੀ ਬਣ ਸਕਦਾ ਹੈ। ਸਾਹਿਬ ਜੀ ਨੇ ਜੋ ਅੱਗੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜਿਹ ਮਾਇਆ ਮਮਤਾ ਤਜੀ। ਧਿਆਨ ਦੇ ਨਾਲ ਇਹ ਬਚਨ ਸੁਣਨਾ, ਕਿਉਂਕਿ ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਆਪਾਂ ਕੋਈ ਹੋਰ ਬਚਨ ਪੜ੍ਹਦੇ ਆ, ਮਰਾਠੀ ਭਾਸ਼ਾ ਦੇ ਪੜ੍ਹ ਲਈਏ, ਫਾਰਸੀ ਦੇ ਸ਼ਬਦ ਪੜ੍ਹ ਲਈਏ, ਭਾਵੇਂ ਗੁਰਮੁਖੀ ਲਿਪੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗਏ, ਪਰ ਭਾਸ਼ਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਹਨ। ਤਾਂ ਹੀ ਤੇ ਕਈ ਵਾਰ ਕਈ ਸ਼ਬਦ ਪੜ ਜਾਂਦੇ ਆ, ਸਮਝ ਹੀ ਕੋਈ ਨਹੀਂ ਲੱਗਦੀ। ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਬਾਣੀ ਧਿਆਨ ਦੇ ਨਾਲ ਥੋੜਾ ਜਿਹਾ ਪੜ੍ਹੀਏ ਤੇ ਬਹੁਤੇ ਅਰਥ ਵੇਖਣ ਦੀ ਲੋੜ ਨਹੀਂ ਪੈਂਦੀ, ਜਲਦੀ ਸਮਝ ਪੈ ਜਾਂਦੀ ਹੈ। ਕਿਉਂਕਿ ਹਿੰਦੀ ਭਾਸ਼ਾ ਅੰਦਰ ਹੈ ਜੇ ਕਿ ਮਾਇਆ ਮਮਤਾ ਤਜੀ, ਇਹ ਨਹੀਂ ਕਿਹਾ ਕਿ ਜਿਸਨੇ ਮਾਇਆ ਤਜੀ, ਜਿਸਨੇ ਮਾਇਆ ਨੂੰ ਛੱਡ ਦਿੱਤਾ। ਜੇ ਮਾਇਆ ਮਮਤਾ ਤਜੀ, ਜਿਸਨੇ ਮਾਇਆ ਦੀ ਮਮਤਾ ਨੂੰ ਤਿਆਗ ਦਿੱਤਾ। ਮਾਇਆ ਤਿਆਗ ਕੇ ਕੋਈ ਕੰਮ ਨਹੀਂ ਹੋਣਾ। ਅੱਗੇ ਵੀ ਇਸ ਤਰ੍ਹਾਂ ਦੇ ਖੈਰ ਬਚਨ ਆਉਣਗੇ, ਫਿਰ ਸਾਂਝ ਪਾਵਾਂਗੇ। ਸਹਿਮ ਕਹਿਣ ਲੱਗੇ ਜੇ ਮਾਇਆ ਮਮਤਾ ਤਜੀ,
ਜਿਸ ਨੇ ਮਾਇਆ ਦੀ ਮਮਤਾ ਨੂੰ ਤਿਆਗ ਦਿੱਤਾ। ਮਾਇਆ ਨੂੰ ਤਿਆਗ ਕੇ ਤੇ ਗੁਰੂ ਘਰ ਦੇ ਵੀ ਕੰਮ ਨਹੀਂ ਚੱਲਦੇ। ਪਰ ਇਹ ਖਿਆਲ ਰੱਖੀ, ਮਾਇਆ ਦਾ ਆਸਣ ਨੀਵਾਂ ਹੋਵੇ, ਗੁਰੂ ਦਾ ਆਸਣ ਉੱਚਾ ਹੋਵੇ। ਇਹ ਗੁਰੂ ਘਰ ਹੀ ਸਿਖਾ ਰਿਹਾ। ਕਦੀ ਨਹੀਂ ਆਪ ਜੀ ਨੇ ਕਿਤੇ ਦੇਖਿਆ ਹੋਣਾ ਕਿ ਗੋਲਕ ਉੱਚੀ ਪਈ ਹੋਏ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਣ ਜਿਹੜਾ ਹੈ ਉਹ ਨੀਵਾਂ ਹੋਵੇ। ਗੁਰੂ ਸਾਹਿਬ ਦਾ ਆਸਣ ਉੱਚਾ ਹੈ, ਮਾਇਆ ਦਾ ਆਸਣ ਨੀਵਾਂ ਹੈ। ਬਸ ਇਹੀ ਗੱਲ ਆਪਣੀ ਸੁਰਤ ਅੰਦਰ ਲੈ ਆ। ਮਾਇਆ ਸਾਡੇ ਕੋਲ ਹੋਣੀ ਚਾਹੀਦੀ ਏ, ਦੁਨੀਆ ਦੇ ਸਾਰੇ ਸੁੱਖ ਹੋਣੇ ਚਾਹੀਦੇ ਨੇ, ਪਰ ਮਾਇਆ ਪੈਰਾਂ ਦੇ ਅੰਦਰ ਹੋਏ। ਗੁਰਮੁਖ ਕੋਈ ਗਾਰੜੂ ਤਿਨ ਮਲ ਦਲ लाई पाए, माया कोई नागणी जगत रही लपटाए। इसकी सेवा जो करे तिसी नु फिर खाए। जेड़ा माया अंदर उड़ज जांदा है, माया उस नू बर्बाद कर दिंदी है। जेड़ा माया नू वरतनी सिख लैंदा है, फिर ये माया ही उन्हां दे कई कार्य सवार जांदी है। जिवें माया दा आसन नीवा, गुरु दा आसन उच्चा। माया नू पैरां अंदर ले आ ते गुरु की विचारधारा नू उच्चे थां ते अपनी सुरत दे अंदर ले आ। ते साहब कह लगे यही माया फिर जगत दे अंदर तेनू बड़ी वड्डी शोभा दवा सकदी है। सतगुरु नहीं कहंदे कि सिख झोपड़ी अंदर ही रहे, इस दे कोल कुछ नहीं होना चाहिए, ये आर्थिक तौर ते बड़ा कमजोर हो जाए। नहीं, साहब कह लगे सब कुछ तेरे कोल होवे, कुछ भी नहीं त्यागना, बस विकारां नू त्यागी। ये दुनिया दे पदार्थ, दुनिया दा सुख कुछ नहीं त्यागना। जे माया ममता तजी सब ते भयो उदास, इन्हां विकारां वाले पासे तो उदास हो जा। गुरु रामदास पातशाह जी दियां लावां पढ़दे आ ते उन्हां लावां दे अंदर जिहड़ी तीसरी लाव है वो भी यही व्याख्या करदी है। हर तीजड़ी लाव मन चाओ भया, बैरागियां बलराम जियो, संत जना कर मेल कर पाया, वडभागियां बलराम जियो। जदों विआह कारज अंदर जिन्ने दिन भी ये विआह दे पहले पहले सारे कारज परिवार रिश्तेदार बड़े प्रसन्न, जिस दिन विआह कारज दोपहर तक भी बड़े प्रसन्न, पर जिस वक्त डोली तुरदी है उस वक्त रिश्तेदार जिहड़े नेड़े दे हन उन्हां दे नैणां विचों नीर वह तुरदा जदों बच्ची घर विचों तोरी जांदी है। क्योंकि 18 20 25 साल वो बच्ची साडे घर दा मैंबर बन के रही, परिवार दा हिस्सा रही। जिस दिन तोरिया उस दिन नैणां विचों नीर वह तुरे। सहम कह लगे जीवन अंदर सुख, जीवन दे अंदर दुख भी आउणा है। जिथे सुख आए उस सुख नूं मान, जिथे दुख आए उस दुख नूं भी परमात्मा दी दात करके जान। जे सवेरे आनंद कारज वाले दिन बड़ी खुशी ते शाम नूं नैणा विचों नीर वह तुरे। ते सहम कह लगे इसे तरह ही ये जगत है, इस अंदर सुख भी आएगा दुख भी आएगा। बस इन्हां सुखां दुखां दा सामना करी जा, उदास हो जा कि जगत दे विचों जे ये बच्ची चली गई, अपने घर अंदर चली गई, ये तां फिर भी मिलने वास्ते आ जाएगी। जिस दिन मैं जगत विचों चला गया मैं ते दोबारा कोई नहीं आउणा। इस करके इस तरह दीयां बातां करके अपने मन दे अंदर उदास पुणा जिहड़ा कि वो पैदा कर, वो पैदा हो गया ते फिर सांझ करते नाल बन जांदी है। जे माया ममता तजी सब ते भयो उदास, कहो नानक सुन रे मना, ते कट ब्रह्म निवास है मेरे मना। बस उस दे हिरदे अंदर ब्रह्म दा निवास हो जांदा है। वही असल दे अंदर ब्रह्म ज्ञानी है। जगत दे अंदर जिन्हां ने सतगुरु दे दिते हुए उपदेश नूं कमा लिया, फिर वही लोग कहंदे ने असीं क्यों पहाड़ां ते जाइए, असीं क्यों घर बार दा त्याग करिए। सारियां दातां सानू सतगुरु ने साडे ने घर दे अंदर रह के समझा दित्तियां। बस इन्हां बातां दी किते सानू भी समझ पै जाए। असीं घर दे अंदर ही बैरागी, असीं चंगे ठाठ बाठ दे नाल, असीं तन दे उपर वधिया लिबास दे नाल जगत दे सारे सुखां दे नाल रह सकदे आ। पर उन्हां सुखां नूं पा के करता ना भुल जावे। यही कहिए मालिक जी सारा कुछ तेरा है, हर दात तेरी है, पर कृपा करी तेरी याद ना किते भुल जाए। सतगुरु कृपा करना साहिब दे ए बचन साडे हिरदियां दे अंदर वस जान। विचारां करदियां अनेक प्रकार दीयां होईयां भुल्लां खिमा करनियां जी। वाहिगुरु जी का खालसा, वाहिगुरु जी की फतेह।